ਤੁਹਾਨੂੰ ਦੇਖ ਕੇ ਚੰਗਾ ਲੱਗਾ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ। ਅੱਜ ਮੈਂ ਵਿਸ਼ਵਾਸ ਦੀ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੈ ਸਿਰਲੇਖ ਉਪਦੇਸ਼ ਨਾਲ ਪਰਮੇਸ਼ਰ ਦੇ ਵਚਨ ਨੂੰ ਸਾਂਝਾ ਕਰਨਾ ਚਾਹਾਂਗਾ। ਜਦੋਂ ਅਸੀਂ ਬਾਈਬਲ ਦਾ ਅਧਿਐਨ ਕਰਦੇ ਹਾਂ ਤਦ ਬਾਈਬਲ ਵਿੱਚ ਕਈ ਪਾਤਰ ਹਨ। ਜਦੋਂ ਵੀ ਅਸੀਂ ਉਹਨਾਂ ਬਾਰੇ ਅਧਿਐਨ ਕਰੀਏ ਤਦ ਸਾਨੂੰ ਇਸ ਗੱਲ ਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ ਕਿ ਮਨੁੱਖ ਨੇ ਕੀ ਪ੍ਰਾਪਤ ਕੀਤਾ ਹੈ। ਸਾਨੂੰ ਲੱਭਣਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਕੀ ਕੀਤਾ ਹੈ। ਪਰਮੇਸ਼ਰ ਨੇ ਜੋ ਕੀਤਾ ਹੈ ਉਹ ਮਨੁੱਖ ਦੁਆਰਾ ਕੀਤੇ ਗਏ ਕੰਮਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਨਾ। ਬਾਈਬਲ ਵਿੱਚ ਅਬਰਾਹਮ ਅਤੇ ਨੂਹ ਵਰਗੇ ਕਈ ਲੋਕਾਂ ਦਾ ਇਤਿਹਾਸ ਦਰਜ ਹੈ। ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਹਾਲਾਂਕਿ ਸਾਨੂੰ ਉਹਨਾਂ ਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ। ਸਾਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਕਿਵੇਂ ਹਰ ਯੁੱਗ ਵਿੱਚ ਮਨੁੱਖ ਜਾਤੀ ਦੀ ਅਗਵਾਈ ਮੁਕਤੀ ਵੱਲ ਕੀਤੀ ਹੈ। ਫਿਰ ਅਸੀਂ ਅੱਜ ਦੇ ਉਪਦੇਸ਼ ਦੇ ਸਿਰਲੇਖ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਵਿਸ਼ਵਾਸ ਦੀ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੈ। ਯਹੋਸ਼ੂਆ ਨੇ ਕੀ ਕੀਤਾ, ਮੂਸਾ ਨੇ ਕੀ ਕੀਤਾ। ਬੇਸ਼ੱਕ ਯਹੋਸ਼ੂਆ ਦਾ ਕੰਮ, ਮੂਸਾ ਦਾ ਕੰਮ ਅਤੇ ਗਿਦੋਨ ਦਾ ਕੰਮ ਸਭ ਮਹੱਤਵਪੂਰਨ ਹਨ, ਪਰ ਹਰ ਯੁੱਗ ਵਿੱਚ ਪਰਮੇਸ਼ਰ ਨੇ ਜੋ ਕੀਤਾ ਉਹ ਮਨੁੱਖ ਨਾਲੋਂ ਕੀਤੇ ਗਏ ਕੰਮਾਂ ਤੋਂ ਜ਼ਿਆਦਾ ਮਹੱਤਵਪੂਰਨ ਹੈ। ਇਹਨਾਂ ਘਟਨਾਵਾਂ ਰਾਹੀਂ ਪਰਮੇਸ਼ਰ ਨੇ ਮਨੁੱਖ ਜਾਤੀ ਦੀ ਅਗਵਾਈ ਮੁਕਤੀ ਵੱਲ ਕਿਵੇਂ ਕੀਤੀ। ਉਹਨਾਂ ਨੇ ਮਨੁੱਖ ਜਾਤੀ ਨੂੰ ਕਿਵੇਂ ਸਜ਼ਾ ਦਿੱਤੀ ਜੋ ਭਟਕ ਰਹੇ ਸੀ। ਉਹਨਾਂ ਨੇ ਸਹੀ ਰਾਹ ਤੇ ਕਿਵੇਂ ਉਹਨਾਂ ਦੀ ਅਗਵਾਈ ਕੀਤੀ। ਜੇਕਰ ਅਸੀਂ ਪਰਮੇਸ਼ਰ ਨੇ ਜੋ ਕੀਤਾ ਹੈ ਉਸ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ਬਾਈਬਲ ਪੜ੍ਹੀਏ ਤਦ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਵਿਸ਼ਵਾਸ ਦੀ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੈ। ਬਹੁਤ ਸਾਰੇ ਲੋਕ ਅਕਸਰ ਪਰਮੇਸ਼ਰ ਦੀ ਬਜਾਏ ਮਨੁੱਖ ਤੇ ਧਿਆਨ ਕੇਂਦਰਿਤ ਕਰਦੇ ਹਨ। ਲੋਕ ਰਸੂਲ ਪੌਲਸ, ਪਤਰਸ ਅਤੇ ਯਹੂਨਾ ਬਾਰੇ ਗੱਲ ਕਰਦੇ ਹਨ। ਉਹਨਾਂ ਦਾ ਕੰਮ ਬਾਈਬਲ ਵਿੱਚ ਲਿਖਿਆ ਹੈ। ਹਾਲਾਂਕਿ ਸਾਨੂੰ ਇਸ ਗੱਲ ਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ ਕਿ ਮਨੁੱਖ ਨੇ ਕੀ ਕੀਤਾ ਹੈ। ਸਾਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਹਰ ਯੁੱਗ ਵਿੱਚ ਪਰਮੇਸ਼ਰ ਨੇ ਸਾਡੀ ਮੁਕਤੀ ਲਈ ਕੀ ਕੀਤਾ ਹੈ। ਜਦੋਂ ਅਸੀਂ ਅਜਿਹਾ ਕਰਦੇ ਹਾਂ ਤਦ ਅਸੀਂ ਵਿਸ਼ਵਾਸ ਵਿੱਚ ਦ੍ਰਿੜ ਹੋ ਸਕਦੇ ਹਾਂ। ਅੱਜ ਆਓ ਅਸੀਂ ਵਿਸ਼ਵਾਸ ਦੀ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੈ ਸਿਰਲੇਖ ਉਪਦੇਸ਼ ਨਾਲ ਪਰਮੇਸ਼ਰ ਦਾ ਵਚਨ ਸਾਂਝਾ ਕਰੀਏ। ਆਓ ਅਸੀਂ ਰੋਮੀਆਂ ਦੀ ਕਿਤਾਬ ਅਧਿਆਇ 14 ਵਚਨ 23 ਦੇਖੀਏ। ਰੋਮੀਆਂ ਅਧਿਆਇ 14 ਵਚਨ 23 ਵਿੱਚ ਇਹ ਕਹਿੰਦਾ ਹੈ, ਪਰ ਜਿਹੜਾ ਭਰਮ ਕਰਦਾ ਹੈ ਜੇ ਉਹ ਖਾਵੇ ਤਾਂ ਦੋਸ਼ੀ ਹੋਇਆ। ਇਸ ਲਈ ਜੋ ਨੇਚਾ ਕਰਕੇ ਨਹੀਂ ਖਾਂਦਾ ਹੈ ਅਤੇ ਜੋ ਕੁਝ ਨੇਚਾਥੀ ਨਹੀਂ ਹੁੰਦਾ ਹੈ ਸੋ ਕੀ ਹੈ, ਉਹ ਪਾਪ ਹੈ। ਸਾਰੇ ਲੋਕੋ, ਸਾਨੂੰ ਆਪਣੇ ਹਰ ਕੰਮ ਵਿੱਚ ਵਿਸ਼ਵਾਸ ਦੀ ਲੋੜ ਹੁੰਦੀ ਹੈ। ਜਦੋਂ ਸਾਡੇ ਕੇਂਦਰ ਵਿੱਚ ਮਨੁੱਖ ਹੁੰਦੇ ਹਨ ਤਦ ਅਸੀਂ ਕਦੇ ਵੀ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ। ਜਦੋਂ ਪਰਮੇਸ਼ਰ ਸਾਡੇ ਵਿਸ਼ਵਾਸ ਦਾ ਕੇਂਦਰ ਬਣ ਜਾਂਦੇ ਹਨ ਤਦ ਅਸੀਂ ਅਜਿਹੀ ਦੁਨੀਆ ਦਾ ਅਨੁਭਵ ਕਰ ਸਕਦੇ ਹਾਂ ਜਿੱਥੇ ਕੁਝ ਵੀ ਅਸੰਭਵ ਨਹੀਂ ਹੈ ਨਾ। ਸਾਨੂੰ ਇਸ ਗੱਲ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਕੀ ਕੀਤਾ ਹੈ, ਨਾ ਕਿ ਮਨੁੱਖ ਨੇ ਕੀ ਕੀਤਾ ਹੈ। ਮੈਨੂੰ ਉਮੀਦ ਹੈ ਕਿ ਅਸੀਂ ਅੱਜ ਇਸ ਮਾਮਲੇ ਬਾਰੇ ਸਿੱਖ ਸਕਦੇ ਹਾਂ। ਆਓ ਅਸੀਂ ਲੂਕਾ ਦੀ ਕਿਤਾਬ ਅਧਿਆਇ 17 ਵਚਨ 17 ਦੇਖੀਏ। ਲੂਕਾ ਅਧਿਆਇ 17 ਵਚਨ 17 ਵਿੱਚ ਕਿਹਾ ਗਿਆ ਹੈ, ਪਰ ਯੀਸ਼ੂ ਨੇ ਅੱਗੋਂ ਆਖਿਆ, ਭਲਾ 10 ਸ਼ੁੱਧ ਨਹੀਂ ਹੋਏ ਤਾਂ ਉਹ 9 ਕਿੱਥੇ ਹਨ? ਇਸ ਓਪਰੇ ਤੋਂ ਬਿਨਾਂ ਕੀ ਹੋਰ ਨਾ ਮਿਲੇ ਜੋ ਮੁੜ ਕੇ ਪਰਮੇਸ਼ਰ ਦੀ ਵਡਿਆਈ ਕਰਦੇ। ਉਸਨੇ ਕਿਹਾ, ਉੱਠ ਕੇ ਚਲਿਆ ਜਾ, ਤੇਰੀ ਨੀਚਾ ਨੇ ਤੈਨੂੰ ਚੰਗਾ ਕੀਤਾ ਹੈ। ਬਾਈਬਲ ਦੇ ਇੱਕ ਵਰਜਨ ਵਿੱਚ ਇੱਥੇ ਇੱਕ ਫੁੱਟ ਨੋਟ ਹੈ ਜੋ ਕਹਿੰਦਾ ਹੈ, ਤੇਰੀ ਨੇਚਾ ਨੇ ਤੈਨੂੰ ਬਚਾਇਆ ਹੈ। ਯੀਸ਼ੂ ਨੇ ਕਿਹਾ, ਤੇਰੀ ਨੇਚਾ ਨੇ ਤੈਨੂੰ ਬਚਾਇਆ ਹੈ। ਆਓ ਅਸੀਂ ਮਰਕੁਸ ਦੀ ਕਿਤਾਬ ਅਧਿਆਇ 9 ਤੇ ਜਾਈਏ। ਮਰਕੁਸ ਦੀ ਕਿਤਾਬ ਅਧਿਆਇ 9 ਵਚਨ 23 ਵਿੱਚ ਕਿਹਾ ਗਿਆ ਹੈ, ਯੀਸ਼ੂ ਨੇ ਉਹਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ, ਕਿਸ ਦੇ ਲਈ? ਪ੍ਰਤੀਤ ਕਰਨ ਵਾਲੇ ਲਈ ਸਭ ਕੁਝ ਹੋ ਸਕਦਾ ਹੈ, ਮਤਲਬ ਉਸ ਲਈ ਜਿਸ ਕੋਲ ਵਿਸ਼ਵਾਸ ਹੈ।
ਸਾਨੂੰ ਇਹ ਸੋਚ ਕੇ ਬਾਈਬਲ ਨਹੀਂ ਪੜ੍ਹਨੀ ਚਾਹੀਦੀ ਹੈ ਕਿ ਮਨੁੱਖ ਨੇ ਕੀ ਕੀਤਾ। ਇਸ ਦੇ ਬਜਾਏ ਸਾਨੂੰ ਉਸ ਤੇ ਧਿਆਨ ਦੇਣਾ ਚਾਹੀਦਾ ਹੈ ਜੋ ਸਭ ਤੋਂ ਮਹੱਤਵਪੂਰਨ ਹੈ। ਪਰਮੇਸ਼ਰ ਨੇ ਹਰ ਯੁੱਗ ਵਿੱਚ ਮਨੁੱਖ ਜਾਤੀ ਲਈ ਕੀ ਕੀਤਾ। ਜੇ ਤੁਸੀਂ ਕਰ ਸਕਦੇ ਹੋ, ਪ੍ਰਤੀਤ ਕਰਨ ਵਾਲੇ ਲਈ ਸਭ ਕੁਝ ਹੋ ਸਕਦਾ ਹੈ। ਇਹ ਕਿਸ ਨੇ ਕਿਹਾ? ਪਰਮੇਸ਼ਰ ਨੇ ਇਹ ਕਿਹਾ। ਜਦੋਂ ਸਾਡੇ ਕੋਲ ਵਿਸ਼ਵਾਸ ਨਹੀਂ ਹੁੰਦਾ ਤਦ ਸਾਡੇ ਆਲੇ ਦੁਆਲੇ ਦੀਆਂ ਸਾਰੀਆਂ ਸਥਿਤੀਆਂ ਅਤੇ ਚੀਜ਼ਾਂ ਅਸੰਭਵ ਹੁੰਦੀਆਂ ਹਨ। ਹਾਲਾਂਕਿ ਜਦੋਂ ਸਾਡੇ ਕੋਲ ਵਿਸ਼ਵਾਸ ਹੁੰਦਾ ਹੈ ਸਭ ਕੁਝ ਬਦਲ ਜਾਂਦਾ ਹੈ। ਪਰਮੇਸ਼ਵਰ ਨੇ ਹਰ ਯੁੱਗ ਵਿੱਚ ਆਪਣਾ ਕੰਮ ਕਿਵੇਂ ਕੀਤਾ ਹੈ, ਧਿਆਨ ਨਾਲ ਸੋਚੋ। ਵਿਸ਼ਵਾਸ ਕਰਨ ਵਾਲਿਆਂ ਲਈ ਕੁਝ ਵੀ ਅਸੰਭਵ ਨਹੀਂ ਹੈ। ਇਸ ਨੂੰ ਇਸ ਤਰ੍ਹਾਂ ਕਿਸ ਨੇ ਬਣਾਇਆ ਹੈ? ਪਰਮੇਸ਼ਰ ਨੇ ਪਹਿਲਾਂ ਹੀ ਇਸ ਨੂੰ ਇਸ ਤਰ੍ਹਾਂ ਬਣਾਇਆ ਹੈ ਕਿਉਂਕਿ ਅਸੀਂ ਇਸ 3 ਆਯਾਮੀ ਦੁਨੀਆ ਦੇ ਆਦੀ ਹਾਂ। ਇਸ ਲਈ ਅਸੀਂ ਇਸ ਦੁਨੀਆ ਵਿੱਚ ਆਪਣੇ ਖੁਦ ਦੇ ਵਿਚਾਰਾਂ ਅਤੇ ਇੰਦਰੀਆਂ ਤੇ ਨਿਰਭਰ ਹਾਂ। ਹਾਲਾਂਕਿ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਬਦਲਦਾ ਹੈ, ਪਰ ਜਦੋਂ ਅਸੀਂ ਆਪਣਾ ਵਿਸ਼ਵਾਸ ਬਦਲਦੇ ਹਾਂ ਤਦ ਸਾਡੇ ਆਲੇ ਦੁਆਲੇ ਦੀ ਹਰ ਚੀਜ਼ ਬਦਲ ਜਾਵੇਗੀ। ਪਰਮੇਸ਼ਰ ਨੇ ਇਸ ਨੂੰ ਇਸ ਤਰ੍ਹਾਂ ਬਣਾਇਆ। ਪਰਮੇਸ਼ਰ 2000 ਸਾਲ ਪਹਿਲਾਂ ਧਰਤੀ ਤੇ ਆਏ ਅਤੇ ਉਸ ਯੁੱਗ ਦੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਵਿਸ਼ਵਾਸ ਕਰਨ ਵਾਲਿਆਂ ਲਈ ਕੁਝ ਵੀ ਅਸੰਭਵ ਨਹੀਂ ਹੈ। ਫਿਰ ਕੀ ਇਹ ਸਿਰਫ ਉਹਨਾਂ ਲੋਕਾਂ ਤੇ ਲਾਗੂ ਹੁੰਦਾ ਹੈ ਜੋ 2000 ਸਾਲ ਪਹਿਲਾਂ ਰਹਿੰਦੇ ਸੀ? ਨਹੀਂ, ਇਸ ਯੁੱਗ ਵਿੱਚ ਵੀ ਵਿਸ਼ਵਾਸ ਕਰਨ ਵਾਲਿਆਂ ਲਈ ਕੁਝ ਵੀ ਅਸੰਭਵ ਨਹੀਂ ਹੈ। ਪਰਮੇਸ਼ਰ ਨੇ ਇਸ ਨੂੰ ਪਹਿਲਾਂ ਤੋਂ ਹੀ ਇਸ ਤਰ੍ਹਾਂ ਬਣਾਇਆ। ਆਓ ਅਸੀਂ ਅਧਿਆਇ 9 ਵਚਨ 24 ਨਾਲ ਜਾਰੀ ਰੱਖੀਏ। ਉਸੇ ਵੇਲੇ ਉਸ ਬਾਲਕ ਦਾ ਪਿਓ ਉੱਚੀ ਆਵਾਜ਼ ਨਾਲ ਕਹਿਣ ਲੱਗਾ, ਮੈਂ ਪ੍ਰਤੀਤ ਕਰਦਾ ਹਾਂ, ਤੁਸੀਂ ਮੇਰੀ ਬੇਪ੍ਰਤੀਤੀ ਦਾ ਉਪਾਅ ਕਰੋ। ਵਚਨ 25, ਜਦ ਯੀਸ਼ੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਦ ਉਹਨੇ ਭ੍ਰਿਸ਼ਟ ਰੂਹ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਕਰਦਾ ਹਾਂ ਜੋ ਇਸ ਵਿੱਚੋਂ ਨਿਕਲ ਜਾ ਅਤੇ ਫਿਰ ਕਦੇ ਵੀ ਇਸ ਵਿੱਚ ਨਾ ਵੜੀ। ਤਾਂ ਉਹ ਚੀਕ ਮਾਰ ਕੇ ਉਸ ਨੂੰ ਮਰੋੜ ਮਰਾੜ ਕੇ ਉਸ ਵਿੱਚੋਂ ਨਿਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ, ਇੱਥੋਂ ਤੋੜੀ ਜੋ ਬਹੁਤਿਆਂ ਨੇ ਆਖਿਆ ਉਹ ਮਰ ਗਿਆ। ਪਰ ਯੀਸ਼ੂ ਨੇ ਉਹਦਾ ਹੱਥ ਫੜ ਕੇ ਉਹਨੂੰ ਉਠਾ ਲਿਆ ਅਤੇ ਉਹ ਖੜਾ ਹੋਇਆ। ਜਦ ਯੀਸ਼ੂ ਘਰ ਵਿੱਚ ਆਇਆ ਤਾਂ ਉਹਦੇ ਚੇਲਿਆਂ ਨੇ ਨਿਰਾਲੇ ਵਿੱਚ ਉਹਦੇ ਕੋਲ ਅਰਜ਼ ਕੀਤੀ ਕਿ ਅਸੀਂ ਉਹਨੂੰ ਕਿਉਂ ਨਾ ਕੱਢ ਸਕੇ। ਉਸਨੇ ਉਹਨਾਂ ਨੂੰ ਕਿਹਾ ਕਿ ਇਸ ਪ੍ਰਕਾਰ ਦੀ ਪ੍ਰਾਰਥਨਾ ਬਿਨਾਂ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। ਸਾਨੂੰ ਪਰਮੇਸ਼ਰ ਉੱਤੇ ਦ੍ਰਿੜ ਵਿਸ਼ਵਾਸ ਨਾਲ, ਇਮਾਨਦਾਰੀ ਨਾਲ ਪਰਮੇਸ਼ਰ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਅਸੀਂ ਮਸੀਹ ਦਾ ਵਾਅਦਾ ਪ੍ਰਾਪਤ ਕਰ ਸਕਦੇ ਹਾਂ। ਪ੍ਰਤੀਤ ਕਰਨ ਵਾਲਿਆਂ ਲਈ ਕੁਝ ਵੀ ਅਸੰਭਵ ਨਹੀਂ ਹੈ। ਪਰਮੇਸ਼ਰ ਨੇ ਕਿਹਾ, ਜੇ ਤੁਸੀਂ ਕਰ ਸਕਦੇ ਹੋ, ਪ੍ਰਤੀਤ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ। ਅੱਜ ਮੈਨੂੰ ਆਸ ਹੈ ਕਿ ਅਸੀਂ ਪਰਮੇਸ਼ਰ ਦੇ ਇਹਨਾਂ ਵਚਨਾਂ ਨੂੰ ਆਪਣੇ ਦਿਲਾਂ ਵਿੱਚ ਡੂੰਘਾਈ ਨਾਲ ਉਕਾਰੀ ਕਰਾਂਗੇ। ਆਓ ਅਸੀਂ ਲੂਕਾ ਦੀ ਕਿਤਾਬ ਅਧਿਆਇ 18 ਦੇਖੀਏ। ਲੂਕਾ ਅਧਿਆਇ 18 ਵਚਨ 25 ਵਿੱਚ ਕਿਹਾ ਗਿਆ ਹੈ, ਕਿਉਂ ਜੋ ਸੂਈ ਦੇ ਨੱਕੇ ਵਿੱਚੋਂ ਊਠ ਦਾ ਵੜਨਾ ਇਸ ਨਾਲੋਂ ਸੁਖਾਲਾ ਹੈ ਜੋ ਧਨਵਾਨ ਮਨੁੱਖ ਪਰਮੇਸ਼ਰ ਦੇ ਰਾਜ ਵਿੱਚ ਵੜੇ। ਤਾਂ ਸੁਣਨ ਵਾਲਿਆਂ ਨੇ ਕਿਹਾ, ਫਿਰ ਕਿਹਦੀ ਮੁਕਤੀ ਹੋ ਸਕਦੀ ਹੈ? ਪਰ ਉਸ ਆਖਿਆ ਕਿ ਜਿਹੜੀਆਂ ਗੱਲਾਂ ਮਨੁੱਖ ਤੋਂ ਅਣਹੋਣੀਆਂ ਹਨ ਉਹ ਕਿਸ ਤੋਂ ਹੋ ਸਕਦੀਆਂ ਹਨ? ਪਰਮੇਸ਼ਰ ਤੋਂ ਹੋ ਸਕਦੀਆਂ ਹਨ। ਮਨੁੱਖ ਲਈ ਬਹੁਤ ਸਾਰੀਆਂ ਚੀਜ਼ਾਂ ਅਣਹੋਣੀਆਂ ਹਨ। ਮਨੁੱਖ ਇਸ ਦੁਨੀਆ ਨੂੰ ਆਪਣੀਆਂ ਇੱਛਾਵਾਂ ਅਨੁਸਾਰ ਨਹੀਂ ਬਦਲ ਸਕਦਾ। ਕਿਸੇ ਕੋਲ ਆਪਣੀ ਸਥਿਤੀ ਨੂੰ ਜ਼ਿਆਦਾ ਅਨੁਕੂਲ ਸਥਿਤੀ ਵਿੱਚ ਬਦਲਣ ਦੀ ਸ਼ਕਤੀ ਨਹੀਂ ਹੈ। ਹਾਲਾਂਕਿ ਪਰਮੇਸ਼ਰ ਜਿਨ੍ਹਾਂ ਨੇ 3 ਆਯਾਮੀ ਦੁਨੀਆ, 4 ਆਯਾਮੀ ਦੁਨੀਆ ਅਤੇ 5 ਆਯਾਮੀ ਦੁਨੀਆ ਬਣਾਈ, ਸਭ ਕੁਝ ਕਾਬੂ ਕਰਦੇ ਹਨ। ਇਸ ਪ੍ਰਕਾਰ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜੋ ਮਨੁੱਖ ਲਈ ਅਸੰਭਵ ਹੈ ਉਹ ਪਰਮੇਸ਼ਰ ਲਈ ਸੰਭਵ ਹੈ। ਇਸ ਲਈ ਸਾਨੂੰ ਆਪਣੇ ਸਾਰੇ ਡਰ ਅਤੇ ਚਿੰਤਾਵਾਂ ਨੂੰ ਦੂਰ ਸੁੱਟਣਾ ਚਾਹੀਦਾ ਹੈ। ਜੇਕਰ ਪਰਮੇਸ਼ਰ ਸਾਨੂੰ ਕੁਝ ਕਹਿੰਦੇ ਹਨ ਤਦ ਸਾਨੂੰ ਸਿਉਣ ਦੀਆਂ ਸੰਤਾਨਾਂ ਦੇ ਰੂਪ ਵਿੱਚ ਕੀ ਕਰਨਾ ਚਾਹੀਦਾ ਹੈ?
ਸਾਨੂੰ ਉਸ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ। ਜੇਕਰ ਅਸੀਂ ਸਿਰਫ ਉਸ ਉੱਤੇ ਧਿਆਨ ਦਿੰਦੇ ਹਾਂ ਜੋ ਅਸੀਂ ਦੇਖਦੇ ਹਾਂ, ਤਦ ਅਸੀਂ ਇਹ ਸੋਚ ਕੇ ਡਰ ਜਾਵਾਂਗੇ ਕਿ ਯਰੀਹੋ ਵਰਗਾ ਵੱਡਾ ਸ਼ਹਿਰ ਡਿੱਗ ਸਕਦਾ ਹੈ ਜੋ ਦੀਆਂ ਸਿਰਫ 5 ਰੋਟੀਆਂ ਅਤੇ 2 ਮੱਛਲੀਆਂ ਨਾਲ 5000 ਲੋਕਾਂ ਨੂੰ ਕਿਵੇਂ ਖਵਾਇਆ ਜਾ ਸਕਦਾ ਹੈ। ਮਨੁੱਖ ਇਹੀ ਸੋਚਦਾ ਹੈ, ਪਰ ਪਰਮੇਸ਼ਰ ਨੇ ਕੀ ਕੀਤਾ? ਪਰਮੇਸ਼ਰ ਨੇ ਜੋ ਦੀਆਂ 5 ਰੋਟੀਆਂ ਅਤੇ 2 ਮੱਛੀਆਂ ਨਾਲ 5000 ਲੋਕਾਂ ਨੂੰ ਖਵਾਇਆ ਅਤੇ ਬਚੀਆਂ ਹੋਈਆਂ ਨੂੰ 12 ਟੋਕਰੀਆਂ ਵਿੱਚ ਇਕੱਠੀਆਂ ਕੀਤਾ। ਪਰਮੇਸ਼ਰ ਨੇ ਇਹਨਾਂ ਸਾਰੀਆਂ ਸਿੱਖਿਆਵਾਂ ਨੂੰ ਬਾਈਬਲ ਵਿੱਚ ਰੱਖਿਆ ਹੈ ਜਿਨ੍ਹਾਂ ਉੱਤੇ ਤੁਸੀਂ ਅਤੇ ਮੈਂ ਵਿਸ਼ਵਾਸ ਕਰਦੇ ਹਾਂ। ਇਸ ਲਈ ਖੁਸ਼ਖਬਰੀ ਦੇ ਰਸਤੇ ਤੇ ਚੱਲਦੇ ਹੋਏ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਪਰਮੇਸ਼ਰ ਨੇ ਹਰੇਕ ਯੁੱਗ ਵਿੱਚ ਮਨੁੱਖ ਜਾਤੀ ਦੀ ਮੁਕਤੀ ਲਈ ਕੀ ਕੀਤਾ ਹੈ? ਰਸੂਲ ਪਤਰਸ ਅਤੇ ਪੌਲੁਸ ਕਿਉਂ ਪ੍ਰਗਟ ਹੋਏ? ਯਰੀਹੋ ਦੇ ਪਤਨ ਦਾ ਇਤਿਹਾਸ ਬਾਈਬਲ ਵਿੱਚ ਕਿਉਂ ਲਿਖਿਆ ਗਿਆ ਹੈ? ਪਰਮੇਸ਼ਰ ਆਪਣੇ ਲੋਕਾਂ ਨੂੰ ਜੋ ਅੱਜ ਜੀ ਰਹੇ ਹਨ ਕੀ ਸਿਖਾਉਣਾ ਚਾਹੁੰਦੇ ਹਨ? ਪਰਮੇਸ਼ਰ ਨੇ ਹਰ ਯੁੱਗ ਵਿੱਚ ਕੀ ਕੀਤਾ ਹੈ? ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ। ਪਰਮੇਸ਼ਰ ਨੇ ਲਾਲ ਸਮੁੰਦਰ ਨੂੰ ਕਿਉਂ ਵੰਡਿਆ? ਤਾਂ ਜੋ ਇਜ਼ਰਾਈਲੀ ਉਸ ਵਿੱਚੋਂ ਲੰਘ ਸਕਣ। ਯਰੀਹੋ ਦਾ ਮਜ਼ਬੂਤ ਕਿਲਾ ਬਿਨਾਂ ਕਿਸੇ ਸਰੀਰਕ ਸ਼ਕਤੀ ਦੇ ਕਿਉਂ ਡਿੱਗ ਗਿਆ? ਕਿ ਇਹ ਸਾਰੇ ਮਨੁੱਖ ਦੁਆਰਾ ਬਣਾਏ ਗਏ ਕੰਮ ਸੀ ਜਾਂ ਪਰਮੇਸ਼ਰ ਦੇ ਕੰਮ ਸੀ? ਸਾਨੂੰ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਵਿਸ਼ਵਾਸ ਦੀ ਦੁਨੀਆ ਵਿੱਚ ਬਦਲਦੇ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਸੋਚਦੇ ਹਾਂ ਕਿ ਇਸ ਅਤੇ ਉਸ ਵਜ੍ਹਾ ਨਾਲ ਕੁਝ ਕਰਨਾ ਮੁਸ਼ਕਿਲ ਹੈ, ਤਦ ਅਜਿਹੇ ਵਿਚਾਰ ਸਾਨੂੰ ਡਰਾਉਂਦੇ ਹਨ ਅਤੇ ਝਿਜਕਣ ਦੇਣਗੇ। ਜਦੋਂ ਪਰਮੇਸ਼ਰ ਸਾਨੂੰ ਕੁਝ ਕਰਨ ਲਈ ਕਹਿੰਦੇ ਹਨ, ਤਦ ਸਾਨੂੰ ਇਸ ਵਿਸ਼ਵਾਸ ਨਾਲ ਉਸ ਨੂੰ ਕਰਨਾ ਚਾਹੀਦਾ ਹੈ ਕਿ ਇਹ ਨਿਸ਼ਚਿਤ ਰੂਪ ਨਾਲ ਪੂਰਾ ਹੋਵੇਗਾ। ਜੇਕਰ ਅਸੀਂ ਕਿਸੇ ਵੀ ਸ਼ੱਕ ਨਾਲ ਅੱਗੇ ਵੱਧਦੇ ਹਾਂ, ਤਦ ਅਸੀਂ ਪਤਰਸ ਵਾਂਗ ਸਮੁੰਦਰ ਵਿੱਚ ਡੁੱਬ ਜਾਵਾਂਗੇ। ਜਦੋਂ ਯਿਸੂ ਪਾਣੀ ਉੱਤੇ ਚੱਲ ਰਹੇ ਸੀ, ਤਦ ਪਤਰਸ ਨੇ ਕਿਹਾ, ਪ੍ਰਭੂ ਜੀ, ਜੇ ਤੂੰ ਹੈ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਲਈ ਆਖੋ। ਉਹਨੇ ਆਖਿਆ, ਆ। ਹਾਲਾਂਕਿ ਜਦੋਂ ਉਸ ਨੂੰ ਠੰਡੀਆਂ ਲਹਿਰਾਂ ਦਾ ਅਹਿਸਾਸ ਹੋਇਆ, ਤਦ ਉਸ ਨੂੰ ਭੌਤਿਕ ਚੀਜ਼ਾਂ ਦਿਖਾਈ ਦੇਣ ਲੱਗੀਆਂ। ਸ਼ਾਰੀਰਿਕ ਇੰਦਰੀਆਂ, ਸ਼ਾਰੀਰਿਕ ਵਾਤਾਵਰਣ ਅਤੇ ਦੁਨੀਆ ਜਿਸ ਦਾ ਉਸਨੇ ਪਹਿਲਾਂ ਅਨੁਭਵ ਕੀਤਾ ਸੀ, ਉਸ ਦੇ ਵਿਚਾਰ ਵਿੱਚ ਆਈਆਂ। ਪਹਿਲਾਂ ਤਾਂ ਜਦੋਂ ਪਤਰਸ ਨੇ ਯਿਸੂ ਨੂੰ ਪਾਣੀ ਉੱਤੇ ਤੁਰਦਿਆਂ ਦੇਖਿਆ ਤਾਂ ਉਹ ਡਰ ਗਿਆ, ਪਰ ਉਸਨੇ ਸੋਚਿਆ ਯਿਸੂ ਨਾਲ ਸਭ ਕੁਝ ਸੰਭਵ ਹੈ। ਪਤਰਸ ਨੇ ਉਹਨਾਂ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਜੇ ਤੂੰ ਹੈ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ। ਯਿਸੂ ਨੇ ਕਿਹਾ, ਆ, ਅਤੇ ਪਤਰਸ ਲਈ ਪਾਣੀ ਉੱਤੇ ਤੁਰਨ ਲਈ ਸਭ ਕੁਝ ਸੰਭਵ ਕੀਤਾ। ਹਾਲਾਂਕਿ ਜਦੋਂ ਪਤਰਸ ਨੇ ਆਪਣੇ ਪੈਰਾਂ ਦੀਆਂ ਉਂਗਲੀਆਂ ਤੇ ਠੰਡੀਆਂ ਲਹਿਰਾਂ ਨੂੰ ਮਹਿਸੂਸ ਕੀਤਾ ਤਾਂ ਉਹ ਭੌਤਿਕ ਦੁਨੀਆ ਤੇ ਜ਼ਿਆਦਾ ਧਿਆਨ ਦੇਣ ਲੱਗਾ। ਇੱਕ ਵਾਰ ਜਦੋਂ ਉਸਨੇ ਭੌਤਿਕ ਦੁਨੀਆ ਨੂੰ ਵੇਖਿਆ, ਤਦ ਵਿਸ਼ਵਾਸ ਦੀ ਦੁਨੀਆ ਦਾ ਕੀ ਹੋਇਆ? ਇਹ ਢਹਿ ਗਈ। ਹਾਲਾਂਕਿ ਯਿਸੂ ਨੇ ਹਰ ਚੀਜ਼ ਨੂੰ ਸੰਭਵ ਬਣਾਇਆ ਸੀ, ਪਰ ਪਤਰਸ ਦਾ ਵਿਸ਼ਵਾਸਹੀਨ ਅਤੇ ਸ਼ੱਕੀ ਦਿਲ ਭੌਤਿਕ ਦੁਨੀਆ ਨਾਲ ਜੁੜ ਗਿਆ ਸੀ ਅਤੇ ਉਹ ਪਾਣੀ ਵਿੱਚ ਡੁੱਬ ਗਿਆ। ਪਤਰਸ ਚੀਕਿਆ, ਪ੍ਰਭੂ ਜੀ, ਮੈਨੂੰ ਬਚਾ ਲੈ। ਯਿਸੂ ਨੇ ਕੀ ਦੋਸ਼ ਲਗਾਇਆ? ਯਿਸੂ ਨੇ ਕਿਹਾ, ਹੇ ਥੋੜੀ ਪ੍ਰਤੀਤ ਵਾਲਿਆ, ਤੈਂ ਕਿਉਂ ਭਰਮ ਕੀਤਾ? ਜੇਕਰ ਅਸੀਂ ਸ਼ੱਕ ਕਰਦੇ ਹਾਂ, ਤਦ ਵਿਸ਼ਵਾਸ ਦੀ ਦੁਨੀਆ ਢਹਿ ਜਾਵੇਗੀ। ਪਰਮੇਸ਼ਰ ਨੇ ਜੋ ਚੰਗੀਆਂ ਸਥਿਤੀਆਂ ਬਣਾਈਆਂ ਹਨ, ਉਹ ਉਦੋਂ ਸਰਗਰਮ ਹੋ ਜਾਂਦੀਆਂ ਹਨ ਜਦੋਂ ਉਹ ਵਿਸ਼ਵਾਸ ਦੀ ਦੁਨੀਆ ਨਾਲ ਹੋਣ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਿਸ਼ਵਾਸ ਦੀ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੈ। ਹਾਲਾਂਕਿ ਵਿਸ਼ਵਾਸ ਤੋਂ ਬਿਨਾਂ ਦੁਨੀਆ ਵਿੱਚ ਸਭ ਕੁਝ ਇੱਕ ਰੁਕਾਵਟ ਬਣ ਜਾਂਦਾ ਹੈ ਅਤੇ ਇਹ ਸਾਡੇ ਦਿਲਾਂ ਨੂੰ ਚਿੰਤਿਤ ਕਰਦਾ ਹੈ। ਆਖਰਕਾਰ ਇਹ ਚੰਗੇ ਨਤੀਜਿਆਂ ਦੀ ਬਜਾਏ ਮਾੜੇ ਨਤੀਜੇ ਲਿਆਉਂਦਾ ਹੈ। ਅਸੀਂ ਬਾਈਬਲ ਵਿੱਚ ਪੂਰਵਜਾਂ ਦੇ ਇਤਿਹਾਸ ਦੁਆਰਾ ਇਸ ਦੀ ਪੁਸ਼ਟੀ ਕਰ ਸਕਦੇ ਹਾਂ। ਅਸੀਂ ਗਿਦੌਨ ਦੇ ਇਤਿਹਾਸ ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਨਿਆਂਇਆਂ ਅਧਿਆਇ 7 ਵਚਨ 1 ਉੱਤੇ ਜਾਈਏ। ਆਓ ਅਸੀਂ ਪੁਰਾਣੇ ਨਿਯਮ ਵਿੱਚ ਨਿਆਂਇਆਂ ਦੀ ਪੋਥੀ ਅਧਿਆਇ 7 ਵਚਨ 1 ਦੇਖੀਏ।
ਤਦ ਯਰੂਬਿਆਲ ਜੋ ਗਿਦੋਨ ਹੈ ਸਾਰਿਆਂ ਲੋਕਾਂ ਸਣੇ ਜੋ ਉਹਦੇ ਨਾਲ ਸਨ ਪ੍ਰਭਾਤ ਵੇਲੇ ਉੱਠਿਆ ਅਤੇ ਹਰੋਦ ਦੇ ਸੋਤੇ ਕੋਲ ਤੰਬੂ ਲਾਏ ਅਤੇ ਮਿਦਾਨੀਆਂ ਦੀ ਛਾਉਣੀ ਉਹਦੇ ਉੱਤਰ ਵੱਲ ਮੋਰੀਆ ਪਹਾੜ ਦੇ ਕੋਲ ਦੂਣ ਵਿੱਚ ਸੀ। ਤਾਂ ਯਹੋਵਾ ਨੇ ਗਿਦੋਨ ਨੂੰ ਆਖਿਆ, ਮਿਦਾਨੀਆਂ ਨੂੰ ਤੇਰੇ ਵੱਸ ਵਿੱਚ ਕਰਨ ਲਈ ਲੋਕ ਤੇਰੇ ਕੋਲ ਵੱਧ ਹਨ। ਅਜਿਹਾ ਨਾ ਹੋਵੇ ਜੋ ਇਜ਼ਰਾਈਲ ਮੇਰੇ ਸਾਹਮਣੇ ਆਕੜ ਕੇ ਆਖੇ, ਭਾਈ ਮੇਰੇ ਹੀ ਹੱਥ ਨੇ ਮੈਨੂੰ ਬਚਾਇਆ। ਸੋ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਢੰਡੋਰਾ ਫੇਰ ਅਤੇ ਆਖ, ਭਾਈ ਜਿਹੜਾ ਕਾਬਰਦਾ ਹੈ ਅਤੇ ਡਰਦਾ ਹੈ ਸੋ ਮੁੜ ਜਾਵੇ ਅਤੇ ਗਿਲਿਆਦ ਪਹਾੜ ਤੇ ਛੇਤੀ ਵਿਦਿਆ ਹੋਵੇ। ਕਿ ਡਰ ਦੀ ਭਾਵਨਾ ਵਿਸ਼ਵਾਸ ਦੀ ਕਮੀ ਤੋਂ ਨਹੀਂ ਆਉਂਦੀ, ਕਿਉਂਕਿ ਉਹ ਵਿਸ਼ਵਾਸ ਦੀ ਦੁਨੀਆ ਵਿੱਚ ਨਹੀਂ ਸੀ, ਇਸ ਲਈ ਉਹ ਵਿਸ਼ਵਾਸ ਨਹੀਂ ਕਰ ਸਕੇ ਕਿ ਸਰਵ ਸ਼ਕਤੀਮਾਨ ਪਰਮੇਸ਼ਰ ਉਹਨਾਂ ਦੀ ਮਦਦ ਕਰ ਰਹੇ ਹਨ। ਇਸ ਤੋਂ ਇਲਾਵਾ ਜਦੋਂ ਉਹਨਾਂ ਨੇ ਆਪਣੇ ਦੁਸ਼ਮਣਾਂ ਵੱਲ ਦੇਖਿਆ ਤਦ ਉਹਨਾਂ ਦੇ ਦੁਸ਼ਮਣਾਂ ਕੋਲ ਜ਼ਿਆਦਾ ਹਥਿਆਰ ਅਤੇ ਜ਼ਿਆਦਾ ਸੈਨਿਕ ਸੀ। ਉਹਨਾਂ ਦੇ ਦੁਸ਼ਮਣ ਬਹੁਤ ਜ਼ਿਆਦਾ ਤਾਕਤਵਰ ਲੱਗ ਰਹੇ ਸੀ। ਇਸ ਪ੍ਰਕਾਰ ਉਹ ਡਰਨ ਨਾਲ ਕੰਬਣ ਲੱਗੇ। ਉਸ ਸਮੇਂ ਪਰਮੇਸ਼ਰ ਨੇ ਉਹਨਾਂ ਸਾਰਿਆਂ ਨੂੰ ਕਿਹਾ ਜੋ ਡਰ ਨਾਲ ਕੰਬਦੇ ਸੀ, ਅਰਥਾਤ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ, ਜਾਣ ਲਈ ਕਿਹਾ। ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਵੀ ਅਜਿਹਾ ਹੀ ਹੈ। ਇਹ ਖੁਸ਼ਖਬਰੀ ਮਰਕੁਸ ਦੇ ਉੱਪਰਲੇ ਕਮਰੇ ਤੋਂ ਸ਼ੁਰੂ ਹੋਈ, ਪਰ ਹੁਣ ਭਵਿੱਖਬਾਣੀ ਅਨੁਸਾਰ ਸਾਮਰੀਆ ਅਤੇ ਧਰਤੀ ਦੇ ਬੰਨੇ ਤੀਕ ਇਸ ਦਾ ਪ੍ਰਚਾਰ ਹੋ ਰਿਹਾ ਹੈ। ਸਾਨੂੰ ਬਿਨਾਂ ਕਿਸੇ ਡਰ ਦੇ ਇਸ ਖੁਸ਼ਖਬਰੀ ਨੂੰ ਪੂਰਾ ਕਰਨਾ ਚਾਹੀਦਾ ਹੈ। ਜਦੋਂ ਅਸੀਂ ਵਾਤਾਵਰਣ ਨੂੰ ਦੇਖਦੇ ਹੋਏ ਡਰ ਨਾਲ ਕੰਬਦੇ ਹਾਂ ਤਦ ਪਰਮੇਸ਼ਰ ਸਾਨੂੰ ਖੁਸ਼ਖਬਰੀ ਦੇ ਕੰਮ ਤੋਂ ਬਾਹਰ ਕਰ ਦੇਣਗੇ, ਕਿਉਂਕਿ ਜੋ ਲੋਕ ਡਰ ਨਾਲ ਕੰਬਦੇ ਹਨ ਉਹ ਮਹਾਨ ਆਤਮਿਕ ਲੜਾਈ ਵਿੱਚ ਹਿੱਸਾ ਨਹੀਂ ਲੈ ਸਕਦੇ। ਇਸ ਲਈ ਪਰਮੇਸ਼ਰ ਉਹਨਾਂ ਨੂੰ ਜਾਣ ਦਾ ਹੁਕਮ ਦਿੰਦੇ ਹਨ। ਗਿਲਾਦ ਪਹਾੜ ਤੋਂ ਛੇਤੀ ਵਿਦਿਆ ਹੋਵੇ। ਸੋ ਲੋਕਾਂ ਵਿੱਚੋਂ 22,000 ਮਨੁੱਖ ਮੁੜ ਗਏ ਅਤੇ 10,000 ਪਿੱਛੇ ਰਹੇ। ਲਗਭਗ 2/3 ਆਦਮੀ ਵਾਪਿਸ ਚਲੇ ਗਏ, ਉਹਨਾਂ ਵਿੱਚੋਂ ਸਿਰਫ 1/3 ਰਹਿ ਗਏ। ਹਾਲਾਂਕਿ ਪਰਮੇਸ਼ਰ ਨੇ ਉਹਨਾਂ ਨੂੰ ਚੁਣਨ ਲਈ ਜੋ ਪਰਮੇਸ਼ਰ ਦੇ ਕੰਮ ਨੂੰ ਕਰ ਸਕਦੇ ਸੀ ਇੱਕ ਹੋਰ ਪ੍ਰੀਖਿਆ ਕੀਤੀ। ਵਚਨ 4, ਤਦ ਯਹੋਵਾ ਨੇ ਗਿਦੋਨ ਨੂੰ ਆਖਿਆ, ਅਜੇ ਵੀ ਲੋਕ ਵਧੀਕ ਹਨ, ਸੋ ਉਹਨਾਂ ਨੂੰ ਪਾਣੀ ਕੋਲ ਹੇਠਾਂ ਲੈ ਆ ਅਤੇ ਮੈਂ ਤੇਰੇ ਲਈ ਉੱਥੇ ਉਹਨਾਂ ਦਾ ਫਿਰ ਤੋਂ ਪਰਤਾਵਾ ਲਵਾਂਗਾ। ਖੁਸ਼ਖਬਰੀ ਨੂੰ ਪੂਰਾ ਕਰਨ ਲਈ ਲੋਕਾਂ ਦੀ ਚੋਣ ਕਰਦੇ ਸਮੇਂ ਭਾਵੇਂ ਉਹ ਆਤਮਿਕ ਕੰਮ ਹੋਵੇ ਜਾਂ ਸਰੀਰਿਕ ਕੰਮ, ਪਰਮੇਸ਼ਰ ਉਹਨਾਂ ਲੋਕਾਂ ਨੂੰ ਸਭ ਤੋਂ ਉੱਤਮ ਪਹਿਲ ਦਿੰਦੇ ਹਨ ਜਿਨ੍ਹਾਂ ਕੋਲ ਵਿਸ਼ਵਾਸ ਹੈ। ਇਹ ਨਵੇਂ ਨੇਮ ਦੇ ਸਮੇਂ ਵਿੱਚ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਅਤੇ ਨਾਲ ਹੀ ਪੁਰਾਣੇ ਨੇਮ ਦੇ ਸਮੇਂ ਵਿੱਚ ਵੀ ਅਜਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਿਤਾ ਦੇ ਯੁੱਗ ਵਿੱਚ ਉਹ ਪਰਮੇਸ਼ਰ ਸੀ ਜਿਨ੍ਹਾਂ ਨੇ ਪੁੱਤਰ ਦੇ ਯੁੱਗ ਵਿੱਚ ਮੁਕਤੀ ਦੇ ਕੰਮ ਦੀ ਅਗਵਾਈ ਕੀਤੀ। ਪਰਮੇਸ਼ਰ ਦੁਆਰਾ ਉਹਨਾਂ ਨੂੰ ਪਾਣੀ ਵਿੱਚ ਲਿਜਾਉਣ ਤੋਂ ਬਾਅਦ ਸਿਰਫ 300 ਯੋਧਾ ਬਚੇ ਸੀ ਅਤੇ ਬਾਕੀਆਂ ਨੂੰ ਵਾਪਿਸ ਭੇਜ ਦਿੱਤਾ ਗਿਆ ਸੀ। ਪ੍ਰੀਖਿਆ ਤੋਂ ਬਾਅਦ ਗਿਦੋਨ ਦੇ ਚੁਣੇ ਹੋਏ ਯੋਧਾਵਾਂ ਨੇ ਮਿਦਾਨੀਆਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਅਤੇ ਇਜ਼ਰਾਈਲੀਆਂ ਨੂੰ ਛੁਡਾਇਆ। ਅਸੀਂ ਬਾਈਬਲ ਵਿੱਚ ਅਜਿਹਾ ਅਦਭੁਤ ਕੰਮ ਦੇਖ ਸਕਦੇ ਹਾਂ। ਸਾਰੇ ਲੋਕੋ ਇਸ ਯੁੱਗ ਵਿੱਚ ਵਿਸ਼ਵਾਸ ਦੀ ਲੋੜ ਹੈ। ਭਾਵੇਂ ਉਹ ਪਿਤਾ ਦਾ ਯੁੱਗ ਹੋਵੇ, ਪੁੱਤਰ ਦਾ ਯੁੱਗ ਹੋਵੇ ਜਾਂ ਪਵਿੱਤਰ ਆਤਮਾ ਦਾ ਯੁੱਗ ਹੋਵੇ, ਜਦੋਂ ਸਾਡੇ ਕੋਲ ਵਿਸ਼ਵਾਸ ਹੋਵੇਗਾ ਤਦ ਸਾਡਾ ਮਾਹੌਲ ਬਦਲ ਜਾਵੇਗਾ। ਸਭ ਕੁਝ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਸੰਪੂਰਨ ਹੁੰਦਾ ਹੈ। ਇਸ ਲਈ ਇਸ ਪ੍ਰਕਿਰਿਆ ਦੇ ਦੌਰਾਨ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਸਾਡੇ ਕੋਲ ਇਸ ਅਤੇ ਉਸ ਵਿੱਚ ਕਮੀ ਹੈ। ਸਾਨੂੰ ਇਸ ਗੱਲ ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿ ਸਾਡੇ ਕੋਲ ਕੀ ਕਮੀ ਹੈ। ਸਾਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਹੁਣ ਸਾਡੇ ਨਾਲ ਕੌਣ ਹਨ। ਪਰਮੇਸ਼ਰ ਦੀ ਕਿਰਪਾ ਨਾਲ ਪੂਰੀ ਦੁਨੀਆ ਵਿੱਚ ਖੁਸ਼ਖਬਰੀ ਦਾ ਅੰਦੋਲਨ ਸਰਗਰਮੀ ਨਾਲ ਹੋ ਰਿਹਾ ਹੈ। ਕੁਝ ਲੋਕ ਸੋਚ ਸਕਦੇ ਹਨ, ਮੈਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪਹਿਲਾਂ ਹੀ ਪ੍ਰਚਾਰ ਕਰ ਦਿੱਤਾ ਹੈ। ਹਾਲਾਂਕਿ ਇਹ ਸਿਰਫ ਸਾਡੇ ਵਿਚਾਰ ਹਨ। ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਵਿਅਕਤੀ A ਨੇ 10 ਸਾਲ ਪਹਿਲਾਂ ਖੁਸ਼ਖਬਰੀ ਨੂੰ ਸਵੀਕਾਰ ਕਰਨਾ ਹੈ ਅਤੇ ਵਿਅਕਤੀ B ਨੇ ਉਸ ਸਮੇਂ ਖੁਸ਼ਖਬਰੀ ਨੂੰ ਅਸਵੀਕਾਰ ਕਰਨਾ ਹੈ ਤੇ ਹੁਣ ਉਸ ਲਈ ਖੁਸ਼ਖਬਰੀ ਨੂੰ ਸਵੀਕਾਰ ਕਰਨ ਦਾ ਸਹੀ ਸਮਾਂ ਹੈ। ਇਸ ਕਰਕੇ
ਪਰਮੇਸ਼ਰ ਨੇ ਸਾਨੂੰ ਵੇਲੇ ਅਤੇ ਕੁਵੇਲੇ ਕੀ ਕਰਨ ਦਾ ਹੁਕਮ ਦਿੱਤਾ ਕਿ ਉਹ ਸਾਨੂੰ ਹਮੇਸ਼ਾ ਖੁਸ਼ਖਬਰੀ ਪ੍ਰਚਾਰ ਕਰਨ ਲਈ ਨਹੀਂ ਕਹਿੰਦੇ। ਗਿਦੋਨ ਦਾ ਕੰਮ, ਯਹੋਸ਼ੂਆ ਦਾ ਕੰਮ ਅਤੇ ਲਾਲ ਸਮੁੰਦਰ ਨੂੰ ਵੰਡਣ ਦੇ ਕੰਮ ਵਿੱਚ ਕੀ ਸਮਾਨਤਾ ਹੈ? ਇਹ ਸਭ ਸ਼ਾਰੀਰਿਕ ਅੱਖਾਂ ਲਈ ਅਸੰਭਵ ਲੱਗ ਰਹੇ ਸੀ, ਕੁਝ ਵੀ ਸੰਭਵ ਨਹੀਂ ਸੀ, ਪਰ ਪਰਮੇਸ਼ਰ ਨੇ ਅਸੰਭਵ ਨੂੰ ਸੰਭਵ ਬਣਾਇਆ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਛੋਟਾ ਦਾਊਦ ਵਿਸ਼ਾਲ ਗੋਲੀਅਤ ਨੂੰ ਹਰਾ ਦੇਵੇਗਾ। ਭੌਤਿਕ ਦ੍ਰਿਸ਼ਟੀਕੋਣ ਤੋਂ ਇਹ ਅਸੰਭਵ ਸੀ। ਹਾਲਾਂਕਿ ਪਰਮੇਸ਼ਰ ਨੇ ਦਾਊਦ ਨੂੰ ਜਿੱਤ ਪ੍ਰਦਾਨ ਕੀਤੀ ਜੋ ਵਿਸ਼ਵਾਸ ਨਾਲ ਲੜਿਆ। ਉਹਨਾਂ ਨੇ ਗਿਦੋਨ ਦੇ ਯੋਧਾਵਾਂ ਨੂੰ ਜਿੱਤ ਦਿਲਾਈ ਜੋ ਵਿਸ਼ਵਾਸ ਨਾਲ ਲੜੇ ਸੀ। ਮੂਸਾ ਤੇ ਇਜ਼ਰਾਈਲੀਆਂ ਲਈ ਜੋ ਵਿਸ਼ਵਾਸ ਨਾਲ ਅੱਗੇ ਵਧੇ, ਪਰਮੇਸ਼ਰ ਨੇ ਲਾਲ ਸਮੁੰਦਰ ਨੂੰ ਵੰਡਿਆ। ਯਹੋਸ਼ੂਆ ਅਤੇ ਇਜ਼ਰਾਈਲੀਆਂ ਲਈ ਜੋ ਵਿਸ਼ਵਾਸ ਨਾਲ ਅੱਗੇ ਵਧੇ, ਪਰਮੇਸ਼ਰ ਨੇ ਯਰੀਹੋ ਦੀਆਂ ਕੰਧਾਂ ਨੂੰ ਬਿਨਾਂ ਕਿਸੇ ਸ਼ਾਰੀਰਿਕ ਤਾਕਤ ਦੇ ਢਹਿਣ ਦਿੱਤਾ। ਇਹਨਾਂ ਸਾਰੇ ਕੰਮਾਂ ਨੂੰ ਪਰਮੇਸ਼ਰ ਨੇ ਵਿਸ਼ਵਾਸ ਦੀ ਦੁਨੀਆ ਵਿੱਚ ਪੂਰਾ ਕੀਤਾ। ਸਾਮਰੀਆ ਤੇ ਧਰਤੀ ਦੇ ਬੰਨੇ ਤੇ ਇੱਕ ਖੁਸ਼ਖਬਰੀ ਦਾ ਪ੍ਰਚਾਰ ਕਰੋ। ਇਸ ਮਿਸ਼ਨ ਨੂੰ ਪੂਰਾ ਕਰਨ ਲਈ ਅਸੀਂ ਖੁਸ਼ਖਬਰੀ ਦੇ ਦੇਸ਼ ਅਤੇ ਖੁਸ਼ਖਬਰੀ ਦੇ ਖੇਤਰ ਨੂੰ ਸ਼੍ਰੇਣੀਬੱਧ ਕਰਦੇ ਹਾਂ ਅਤੇ ਉਹਨਾਂ ਚਰਚਾ ਅਤੇ ਸੇਵਕਾਂ ਦੀ ਸੰਖਿਆ ਦੀ ਗਿਣਤੀ ਕਰਦੇ ਹਾਂ ਜਿਨ੍ਹਾਂ ਦੀ ਸਾਨੂੰ ਲੋੜ ਹੈ। ਘੱਟੋ ਘੱਟ ਤਿਆਰੀ ਨਾਲ ਵੀ ਵੱਡੀ ਮਾਤਰਾ ਵਿੱਚ ਕੰਮ ਕਰਨ ਦੀ ਲੋੜ ਹੁੰਦੀ ਹੈ। ਪਰ ਪਰਮੇਸ਼ਰ ਕਹਿੰਦੇ ਹਨ, ਕਿਸੇ ਚੀਜ਼ ਤੋਂ ਨਾ ਡਰੋ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹਾਂ। ਪਰਮੇਸ਼ਰ ਨੇ ਸਾਨੂੰ ਹਮੇਸ਼ਾ ਇਹੀ ਭਰੋਸਾ ਦਿੱਤਾ ਹੈ। ਜਦੋਂ ਗਿਦੋਨ ਨੇ ਪਰਮੇਸ਼ਰ ਨੂੰ ਪੁੱਛਿਆ, ਉਹ ਬਹੁਤ ਹਨ ਅਤੇ ਅਸੀਂ ਬਹੁਤ ਘੱਟ ਹਾਂ, ਸਾਨੂੰ ਕੀ ਕਰਨਾ ਚਾਹੀਦਾ ਹੈ? ਅਸੀਂ ਡਰਦੇ ਹਾਂ। ਤਦ ਪਰਮੇਸ਼ਰ ਨੇ ਕਿਹਾ, ਚਿੰਤਾ ਨਾ ਕਰੋ ਕਿ ਮੈਂ ਤੁਹਾਡੇ ਨਾਲ ਨਹੀਂ ਹਾਂ। ਸਾਰੇ ਲੋਕੋ ਜੋ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ, ਉਹ ਵਿਸ਼ਵਾਸ ਦੀ ਦੁਨੀਆ ਵਿੱਚ ਕਲਪਨਾ ਅਤੇ ਭਰਮ ਵਰਗਾ ਹੈ। ਪਰਮੇਸ਼ਰ ਸਾਨੂੰ ਕੁਝ ਕਰਨ ਲਈ ਕਹਿੰਦੇ ਹਨ ਕਿਉਂਕਿ ਇਹ ਕੀਤਾ ਜਾ ਸਕਦਾ ਹੈ। ਪਰਮੇਸ਼ਰ ਸਾਨੂੰ ਕੁਝ ਅਜਿਹਾ ਕਰਨ ਲਈ ਨਹੀਂ ਕਹਿੰਦੇ ਜੋ ਅਸੀਂ ਨਹੀਂ ਕਰ ਸਕਦੇ। ਪਰਮੇਸ਼ਰ ਨੇ ਯਰੀਹੋ ਨੂੰ ਜਿੱਤਣ ਲਈ ਯਹੋਸ਼ੂਆ ਨੂੰ ਭੇਜਿਆ ਕਿਉਂਕਿ ਪਰਮੇਸ਼ਰ ਨੇ ਯਰੀਹੋ ਨੂੰ ਜਿੱਤਣ ਲਈ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰ ਲਈਆਂ ਸੀ ਕਿ ਉਹਨਾਂ ਨੇ ਗਿਦੋਨ ਦੇ ਯੋਧਾਵਾਂ ਨੂੰ ਯੁੱਧ ਵਿੱਚ ਜਾਣ ਲਈ ਵੀ ਨਹੀਂ ਕਿਹਾ ਕਿਉਂਕਿ ਉਹਨਾਂ ਨੇ ਮਿਦਾਨੀਆਂ ਨੂੰ ਹਰਾਉਣ ਲਈ ਉਹਨਾਂ ਲਈ ਪਹਿਲਾਂ ਤੋਂ ਹੀ ਸਾਰੀ ਤਿਆਰੀ ਕਰ ਲਈ ਸੀ। ਜਦੋਂ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਬਾਹਰ ਕੱਢਿਆ ਅਤੇ ਉਹਨਾਂ ਨੂੰ ਕਨਾਨ ਵਿੱਚ ਪ੍ਰਵੇਸ਼ ਕਰਨ ਦਾ ਹੁਕਮ ਦਿੱਤਾ, ਤਦ ਉਹਨਾਂ ਦੇ ਆਲੇ ਦੁਆਲੇ ਬਹੁਤ ਸਾਰੀਆਂ ਰੁਕਾਵਟਾਂ ਸੀ। ਫਿਰ ਵੀ ਜਦੋਂ ਪਰਮੇਸ਼ਰ ਨੇ ਉਹਨਾਂ ਨੂੰ ਜਾਣ ਲਈ ਕਿਹਾ, ਤਦ ਉਹਨਾਂ ਨੇ ਉਹਨਾਂ ਲਈ ਉਸ ਦੇਸ਼ ਵਿੱਚ ਪ੍ਰਵੇਸ਼ ਕਰਨ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸੀ। ਕੁਝ ਵੀ ਅਸੰਭਵ ਨਹੀਂ ਸੀ। ਸਾਨੂੰ ਇਸ ਸਿੱਖਿਆ ਨੂੰ ਬਾਈਬਲ ਦੇ ਭਵਿੱਖ ਵਿੱਚ ਹੋਣ ਵਾਲੇ ਪਾਠਾਂ ਰਾਹੀਂ ਸਿੱਖਣਾ ਚਾਹੀਦਾ ਹੈ। ਆਓ ਅਸੀਂ ਮਤੀ ਅਧਿਆਇ 28 ਵੱਲ ਵਧੀਏ। ਭਾਵੇਂ ਲਾਲ ਸਮੁੰਦਰ ਨੂੰ ਵੰਡਣਾ, ਯਰੀਹੋ ਨੂੰ ਜਿੱਤਣਾ ਜਾਂ ਮਿਦਾਨੀ ਸੈਨਾ ਨੂੰ ਹਰਾਉਣਾ ਅਸੰਭਵ ਲੱਗ ਰਿਹਾ ਸੀ, ਪਰ ਪਰਮੇਸ਼ਰ ਨੇ ਹਰ ਚੀਜ਼ ਨੂੰ ਸੰਭਵ ਬਣਾਇਆ। ਆਓ ਅਸੀਂ ਮਤੀ ਅਧਿਆਇ 28 ਵਚਨ 18 ਉੱਤੇ ਜਾਈਏ। ਅਧਿਆਇ 28 ਵਚਨ 18 ਵਿੱਚ ਇਹ ਕਹਿੰਦਾ ਹੈ, ਅਤੇ ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਯੀਸ਼ੂ ਨੇ ਸਾਨੂੰ ਕੀ ਕਰਨ ਲਈ ਕਿਹਾ? ਉਹਨਾਂ ਨੇ ਸਾਨੂੰ ਜਾਣ ਲਈ ਕਿਹਾ, ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਿਓ ਤੇ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਹਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਜਦੋਂ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ, ਤਦ ਜੇਕਰ ਅਸੀਂ ਸਿਰਫ ਲੋਕਾਂ ਦੀ ਗਿਣਤੀ ਜਾਂ ਮਨੁੱਖਾਂ ਦੀ ਬੁੱਧੀ ਅਤੇ ਪ੍ਰਤਿਭਾ ਤੇ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਕੁਝ ਵੀ ਸੰਭਵ ਨਹੀਂ ਹੋਵੇਗਾ। ਦੂਜੇ ਪਾਸੇ ਸਭ ਕੁਝ ਤਦ ਸੰਭਵ ਹੋਵੇਗਾ ਜਦੋਂ ਅਸੀਂ ਪਰਮੇਸ਼ਰ ਉੱਤੇ ਧਿਆਨ ਕੇਂਦਰਿਤ ਕਰਦੇ ਹਾਂ ਤੇ ਇਸ ਗੱਲ ਤੇ ਧਿਆਨ ਦਿੰਦੇ ਹਾਂ ਕਿ ਪਰਮੇਸ਼ਰ ਨੇ ਪਿਤਾ ਦੇ ਯੁੱਗ ਵਿੱਚ ਕੀ ਕੀਤਾ, ਪਰਮੇਸ਼ਰ ਨੇ ਪੁੱਤਰ ਦੇ ਯੁੱਗ ਵਿੱਚ ਕੀ ਕੀਤਾ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਰ ਕੀ ਕਰ ਰਹੇ ਹਨ।
ਜੋ ਸਾਨੂੰ ਸ਼ਕਤੀ ਦਿੰਦੇ ਹਨ, ਉਹਨਾਂ ਵਿੱਚ ਅਸੀਂ ਕੀ ਕਰ ਸਕਦੇ ਹਾਂ? ਅਸੀਂ ਸਭ ਕੁਝ ਕਰ ਸਕਦੇ ਹਾਂ। ਪਰਮੇਸ਼ਰ ਸਾਡੇ ਲਈ ਸਭ ਕੁਝ ਸੰਭਵ ਬਣਾਉਂਦੇ ਹਨ। ਹਾਲਾਂਕਿ ਕੀ ਇਹ ਅਸੰਭਵ ਬਣਾਉਂਦਾ ਹੈ? ਉਹ ਕੀ ਹੈ? ਉਹ ਸਾਡੀਆਂ ਅੱਖਾਂ ਹਨ ਜੋ ਇਸ ਭੌਤਿਕ ਦੁਨੀਆ ਉੱਤੇ ਕੇਂਦਰਿਤ ਹਨ ਅਤੇ ਪਰਮੇਸ਼ਰ ਦੇ ਵਾਅਦਿਆਂ ਬਾਰੇ ਸਾਡਾ ਸ਼ੱਕ ਹੈ। ਇਹ ਸਾਡੇ ਅੰਦਰ ਰੁਕਾਵਟ ਪੈਦਾ ਕਰ ਰਹੇ ਹਨ ਅਤੇ ਸੰਭਵ ਨੂੰ ਅਸੰਭਵ ਵਿੱਚ ਬਦਲ ਰਹੇ ਹਨ। ਸਾਰੇ ਲੋਕੋ, ਸਾਨੂੰ ਇਹਨਾਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਚਾਹੀਦਾ ਹੈ। ਪਰਮੇਸ਼ਰ ਸਾਨੂੰ ਕੀ ਕਰਨ ਲਈ ਕਹਿੰਦੇ ਹਨ? ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ। ਜੇਕਰ ਅਸੀਂ ਸ਼ੱਕ ਕਰਦੇ ਹਾਂ ਤਦ ਅਸੀਂ ਪਤਰਸ ਵਾਂਗ ਸਮੁੰਦਰ ਵਿੱਚ ਡੁੱਬ ਜਾਵਾਂਗੇ। ਜੇਕਰ ਅਸੀਂ ਵਿਸ਼ਵਾਸ ਕਰੀਏ ਤਦ ਅਸੀਂ ਗਿਦੋਨ ਅਤੇ ਯਹੋਸ਼ੂਆ ਵਾਂਗੂ ਜੇਤੂ ਹੋਵਾਂਗੇ। ਪਰਮੇਸ਼ਰ ਸਾਡੇ ਲਈ ਇੱਕ ਰਸਤਾ ਬਣਾਉਣਗੇ ਜਿਵੇਂ ਉਹਨਾਂ ਨੇ ਮੂਸਾ ਲਈ ਤਿਆਰ ਕੀਤਾ ਸੀ। ਜੇਕਰ ਕਿਸੇ ਦੇ ਵੀ ਲਾਠੀ ਚੁੱਕਣ ਤੇ ਲਾਲ ਸਮੁੰਦਰ ਵੰਡਿਆ ਜਾਂਦਾ ਤਦ ਕੁਝ ਲੋਕ ਸੋਚ ਸਕਦੇ ਹਨ ਇਹ ਇੱਕ ਬਹੁਤ ਸਾਧਾਰਨ ਗੱਲ ਹੈ। ਇਹ ਉਦੋਂ ਵੀ ਹੋ ਸਕਦਾ ਹੈ ਜਦੋਂ ਅਸੀਂ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ ਕਰਦੇ। ਹਾਲਾਂਕਿ ਜਦੋਂ ਪਰਮੇਸ਼ਰ ਨੇ ਕਿਹਾ ਪਾਣੀ ਨੂੰ ਵੰਡਣ ਲਈ ਆਪਣੀ ਲਾਠੀ ਵਧਾਓ ਤਦ ਇਹ ਅਵਿਸ਼ਵਾਸਯੋਗ ਹੈ। ਹਾਲਾਂਕਿ ਅਸੰਭਵ ਨੂੰ ਸੰਭਵ ਕਿਸ ਨੇ ਕੀਤਾ? ਇਹ ਸਾਰੇ ਕੰਮ ਪਰਮੇਸ਼ਰ ਕਰਕੇ ਸੰਭਵ ਹੋਏ। ਜਦੋਂ ਅਸੀਂ ਇਹਨਾਂ ਸਾਰੇ ਕੰਮਾਂ ਬਾਰੇ ਸੋਚਦੇ ਹਾਂ ਤਦ ਆਓ ਅਸੀਂ ਯਸ਼ਾਇਆ ਦੀ ਪੋਥੀ ਵਿੱਚ ਲਿਖੇ ਵਚਨਾਂ ਨੂੰ ਯਾਦ ਕਰੀਏ। ਡਰ ਨਾ, ਕਿਉਂਕਿ ਮੈਂ ਤੇਰੇ ਨਾਲ ਹਾਂ। ਨਿਰਾਸ਼ ਨਾ ਹੋਵੋ ਕਿ ਮੈਂ ਤੇਰਾ ਪਰਮੇਸ਼ਰ ਨਹੀਂ ਹਾਂ। ਆਓ ਅਸੀਂ ਪਰਮੇਸ਼ਰ ਦੇ ਵਚਨ ਨੂੰ ਨਜ਼ਰਅੰਦਾਜ਼ ਨਾ ਕਰੀਏ ਜੋ ਸਾਨੂੰ ਹਮੇਸ਼ਾ ਭਰੋਸਾ ਦਿੰਦੇ ਹਨ, ਜਾਂ ਸਾਡੇ ਆਲੇ ਦੁਆਲੇ ਦੇ ਲੋਕਾਂ ਤੇ ਧਿਆਨ ਕੇਂਦਰਿਤ ਨਾ ਕਰੀਏ। ਸਾਨੂੰ ਇਹ ਸੋਚ ਕੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ। ਉਹ ਇੱਕ ਡਰਾਉਣੇ ਵਿਅਕਤੀ ਵਰਗਾ ਲੱਗਦਾ ਹੈ। ਉਹ ਬਹੁਤ ਬੁੱਢਾ ਹੈ, ਉਸ ਦਾ ਅਹੁਦਾ ਮੇਰੇ ਨਾਲੋਂ ਵੱਡਾ ਹੈ, ਉਹ ਮੇਰੇ ਨਾਲੋਂ ਉੱਤਮ ਹੈ। ਇਸ ਦੀ ਬਜਾਏ ਸਾਨੂੰ ਸਾਰੇ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ, ਕਿਉਂਕਿ ਆਤਮਹਾਨ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਹੈ। ਤਦ ਜੇਕਰ ਅਸੀਂ ਲਗਨ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰੀਏ ਤਦ ਉਹ ਨਿਸ਼ਚਿਤ ਤੌਰ ਤੇ ਪ੍ਰਾਸ਼ਚਿਤ ਕਰਨਗੇ। ਕੀ ਤੁਹਾਨੂੰ ਲੱਗਦਾ ਹੈ ਕਿ ਯੋਨਾਹ ਕੋਲ 1,20,000 ਲੋਕਾਂ ਦੀ ਅਗਵਾਈ ਤੋਬਾ ਵੱਲ ਕਰਨ ਦੀ ਸ਼ਕਤੀ ਸੀ? ਯੋਨਾਹ ਨੇ ਸਿਰਫ ਉਹੀ ਪ੍ਰਚਾਰ ਕੀਤਾ ਜੋ ਪਰਮੇਸ਼ਰ ਨੇ ਉਸ ਨੂੰ ਕਰਨ ਦਾ ਹੁਕਮ ਦਿੱਤਾ ਸੀ। ਜਦੋਂ ਯੋਨਾਹ ਨੇ ਉਹਨਾਂ ਨੂੰ ਪ੍ਰਚਾਰ ਕੀਤਾ ਤਦ ਕੀ ਹੋਇਆ? ਉਹਨਾਂ ਸਾਰਿਆਂ ਨੇ ਤੋਬਾ ਕੀਤੀ। ਉਸਨੇ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਕਰਨ ਲਈ ਕੋਈ ਵਿਸ਼ੇਸ਼ ਤਕਨੀਕ ਨਹੀਂ ਲਿਆਉਂਦੀ। ਉਸਨੇ ਸਿਰਫ ਉਹੀ ਕੀਤਾ ਜੋ ਪਰਮੇਸ਼ਰ ਨੇ ਉਸ ਨੂੰ ਕਹਿਣ ਦਾ ਹੁਕਮ ਦਿੱਤਾ ਸੀ। ਪਰ ਉੱਥੇ ਪ੍ਰਾਸ਼ਚਿਤ ਦਾ ਕੰਮ ਹੋਇਆ। ਇਸ ਤਰ੍ਹਾਂ ਸਾਰੀ ਮਨੁੱਖ ਜਾਤੀ ਵਿਚਕਾਰ ਪ੍ਰਾਸ਼ਚਿਤ ਦਾ ਮਹਾਨ ਕੰਮ ਹੋਣ ਲਈ ਸਾਨੂੰ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਸ ਬਾਰੇ ਸੋਚਣ ਦੀ ਬਜਾਏ ਕਿ ਕਿਸ ਨੇ ਕਿੰਨਾ ਕੀਤਾ ਹੈ, ਆਓ ਅਸੀਂ ਇਸ ਗੱਲ ਤੇ ਧਿਆਨ ਦਈਏ ਕਿ ਪਰਮੇਸ਼ਰ ਇਸ ਯੁੱਗ ਵਿੱਚ ਮਨੁੱਖ ਜਾਤੀ ਲਈ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹਨ। ਮੈਨੂੰ ਆਸ ਹੈ ਕਿ ਸਿਓਨ ਪਰਿਵਾਰ ਦੇ ਸਾਰੇ ਮੈਂਬਰ ਖੁਸ਼ਖਬਰੀ ਦੇ ਸੁੰਦਰ ਸੰਕਲਪ ਨਾਲ ਕਿ ਅਸੀਂ ਇਸ ਨਾਲ ਪਰਮੇਸ਼ਰ ਦਾ ਸਵਾਗਤ ਕਰਾਂਗੇ, ਮਿਹਨਤ ਨਾਲ ਦੌੜਨ। ਇਸ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।